ਸਤਿ ਸ਼੍ਰੀ ਅਕਾਲ ਜੀ। ਪੰਜਾਬ ਮੇਲ USA TV ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਗਗਨਦੀਪ ਸਿੰਘ ਜੀ, ਤੁਹਾਡੇ ਮੁਖਾਤਬ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਔਰ ਜਦੋਂ ਤੁਸੀਂ ਇਸ ਪ੍ਰੋਗਰਾਮ ਦੇ ਬਾਬਤ ਸੋਚਣ ਦੀ ਕੋਸ਼ਿਸ਼ ਕਰਦੇ ਹੋ ਤਾਂ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਵੀ ਕੁਝ ਨਾ ਕੁਝ ਇਹੋ ਜਿਹੀ ਕੋਸ਼ਿਸ਼ ਕਰੀਏ ਕਿ ਜਿਹੜੇ ਭਖਦੇ ਹੋਏ ਮੁੱਦੇ ਨੇ, ਭਖਦੇ ਹੋਏ ਮਸਲੇ ਨੇ, ਤੁਹਾਡੇ ਮੁਖਾਤਬ ਕਰ ਸਕੀਏ। ਸੋ ਬਹੁਤ ਵਿਚਾਰ ਚਰਚਾ ਕਰਨੀ ਪੈਂਦੀ ਹੈ ਉਹਨਾਂ ਮੁੱਦਿਆਂ ਦੇ ਉੱਤੇ। ਸੋ ਮੇਰੇ ਨਾਲ ਅੱਜ ਵਿਚਾਰ ਚਰਚਾ ਕਰਨ ਵਾਸਤੇ ਮੌਜੂਦ ਨੇ ਜਤਿੰਦਰ ਸਿੰਘ ਖਹਿਰਾ ਸਾਹਿਬ। ਸੋ ਬਹੁਤ-ਬਹੁਤ ਸਵਾਗਤ ਹੈ ਜੀ। ਗਗਨ ਜੀ ਬਹੁਤ-ਬਹੁਤ ਸ਼ੁਕਰੀਆ ਤੇ तमाम ਦੇਖਣ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਨੂੰ ਦੇਖ ਰਹੇ ਹੋ ਔਰ ਪ੍ਰੋਗਰਾਮ ਕਰੰਟ ਨਿਊਜ਼ ਐਂਡ ਵਿਊਜ਼ ਤੇ ਕਰੰਟ ਮੁੱਦਿਆਂ ਦੇ ਉੱਤੇ ਹੀ ਚਰਚਾ ਕਰਦੇ ਹਾਂ ਜੀ। ਔਰ ਬਿਲਕੁਲ ਜਦੋਂ ਅਸੀਂ ਭਖਦੇ ਹੋਏ ਮਸਲਿਆਂ ਨੂੰ ਦੇਖਦੇ ਹਾਂ ਨਾ, ਤਾਂ ਸਭ ਤੋਂ ਭਖਦਾ ਮਸਲਾ ਸਿੱਧੂ ਦਾ ਮਸਲਾ ਕੀ ਹੈ, ਕਿੱਦਾਂ ਹੈ, ਕਿਵੇਂ ਹੋਇਆ ਹੈ। ਬੜੇ ਸਾਰੇ ਵਿਚਾਰ ਸਾਡੇ ਦਰਸ਼ਕਾਂ ਦੇ ਮਨਾਂ ਦੇ ਵਿੱਚ ਆਉਂਦੇ ਹੋਣਗੇ। ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਕੋਲੋਂ ਅੱਜ ਲੈਣੇ ਆ। ਅਸਲ ਵਿੱਚ ਸਿੱਧੂ ਦਾ ਇਹ ਮਸਲਾ ਹੈ ਕੀ? ਗਗਨ ਜੀ, ਜਦੋਂ ਅਸੀਂ ਮਸਲੇ ਦੀ ਗੱਲ ਕਰਦੇ ਹਾਂ ਤਾਂ ਨਵਜੋਤ ਸਿੰਘ ਸਿੱਧੂ ਉਹ ਹਸਤੀ ਹੈ ਜਿਹਨੇ ਇਸ ਵਾਰ ਦੀ ਇਲੈਕਸ਼ਨ ਦੇ ਵਿੱਚ ਵੀ ਬਹੁਤ ਸਾਰੀਆਂ ਖਬਰਾਂ ਬਣਾਈਆਂ ਜੀ। ਹੁਣ ਤੁਸੀਂ ਮਸਲੇ ਦੀ ਗੱਲ ਕਰਦੇ ਆ ਤੇ ਇਹ ਮਸਲਾ ਜਿਹੜਾ 34 ਸਾਲ ਪੁਰਾਣਾ ਹੈ ਤਕਰੀਬਨ। 1988 ਦਾ ਮਸਲਾ ਆ, ਰੋਡ ਰੇਜ ਮਾਮਲਾ ਆ, ਜਿਹਦੇ ਵਿੱਚ ਪਹਿਲਾਂ ਵੀ ਸਾਲ ਕੁ ਦੀ ਜਿਹੜੀ ਸਜ਼ਾ ਹੋਈ ਸੀਗੀ। ਉਸ ਤੋਂ ਬਾਅਦ ਫਿਰ ਜ਼ਮਾਨਤ ਹੁੰਦੀ ਆ, ਫਿਰ ਲੋਕ ਸਭਾ ਚੋਣ ਲੜਦੇ ਨੇ ਤੇ ਫਿਰ ਉਹ ਮਾਮਲਾ ਜਿਹੜਾ ਆ ਉਹ ਖਤਮ ਹੋ ਜਾਂਦਾ ਜੀ। ਤੁਹਾਨੂੰ ਯਾਦ ਹੋਵੇਗਾ ਕਿ ਪਿੱਛੇ ਇਲੈਕਸ਼ਨ ਦੇ ਉੱਤੇ ਵੀ ਇਹ ਮਾਮਲਾ ਭਖਿਆ, ਮਾਮਲਾ ਵਧਿਆ, ਸੁਣਵਾਈ ਹੋਈ, ਫਿਰ ਉਸ ਤੋਂ ਬਾਅਦ ਕਹਿੰਦੇ ਜੀ ਨਹੀਂ ਹਲੇ ਕੋਈ ਇਹਦੇ ਉੱਤੇ ਕੋਈ ਗੱਲਬਾਤ ਨਹੀਂ ਹੋਈ। ਹੁਣ ਫਿਰ ਦੁਬਾਰਾ ਇਸ ਮਾਮਲੇ ਤੇ ਗੱਲ ਹੁੰਦੀ ਹੈ ਤੇ ਹੁਣ ਉਹ ਕਹਿੰਦੇ ਕਿ ਇਰਾਦਤਨ ਕਤਲ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਦੇ ਵਿੱਚ ਜਿਹੜਾ ਆ ਇਹ ਇਹਨਾਂ ਨੂੰ 1 ਸਾਲ ਦੀ ਸਜ਼ਾ ਦੇ ਦਿੱਤੀ ਹੈ, ਇਰਾਦਾ ਕਤਲ 'ਚ। ਹਾਂ। ਸੋ ਇਹ ਮਾਮਲਾ 65 ਸਾਲਾਂ ਦੇ ਬਜ਼ੁਰਗ ਦਾ ਪਾਰਕਿੰਗ ਨੂੰ ਲੈ ਕੇ ਜਿਹੜੀ ਹੈ ਕਈ ਸੁਣੀ ਹੁੰਦੀ ਹੈ ਤੇ ਨਵਜੋਤ ਸਿੰਘ ਸਿੱਧੂ ਹੁਣੀ ਉਦੋਂ ਕਹਿੰਦੇ ਭਖਦਾ ਖੂਨ ਸੀਗਾ, ਜਦੋਂ ਤੁਸੀਂ ਭਖਦਾ ਮਸਲਾ ਕਹਿੰਦੇ ਆ ਜੀ ਜੀ, ਕਿਤੇ ਮੁੱਕਾ ਮਾਰਿਆ ਤੇ ਬਜ਼ੁਰਗ ਸਾਹਿਬ ਜਿਹੜੇ ਸੀਗੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਇਸ ਮਾਮਲੇ ਦੇ ਵਿੱਚ ਜੀ। ਔਰ ਤੁਸੀਂ ਦੇਖ ਲਓ ਵੀ ਇਸ ਮਸਲੇ ਉੱਤੇ ਸਭ ਤੋਂ ਵੱਧ ਖੁਸ਼ ਉਸ ਬਜ਼ੁਰਗ ਦਾ ਪੋਤਾ ਵੀ ਹੈ। ਉਹਨਾਂ ਦੇ ਵੀ ਬਿਆਨ ਆ ਰਹੇ ਆ ਵੀ ਸਾਨੂੰ ਇੰਨਿਆਂ ਸਾਲਾਂ ਬਾਅਦ ਇਨਸਾਫ ਮਿਲਿਆ। ਦੇਖੋ, ਜਦੋਂ ਅਸੀਂ ਇਨਸਾਫ ਦੀ ਗੱਲ ਕਰਦੇ ਨਾ, ਇੱਕ ਅੰਗਰੇਜ਼ੀ 'ਚ ਕਹਾਵਤ ਹੁੰਦੀ ਹੈ, ਜਸਟਿਸ ਡਿਲੇ ਇਕੁਅਲ ਟੂ ਜਸਟਿਸ ਨਾਟ ਪ੍ਰੀਵੇਲਡ ਜੀ। ਤਾਂ ਹੁਣ ਇਹਦੇ ਵਿੱਚ ਵੀ ਇਹੀ ਤਰੀਕਾ ਹੈ ਕਿ ਸਾਡੇ ਇੱਥੇ ਸਿਸਟਮ ਵੀ ਬੜਾ ਤਕੜਾ ਹੈ। ਜੇ ਕਿਸੇ VIP ਦਾ ਕੇਸ ਚੱਲਦਾ ਉਹ 40 ਸਾਲ ਚੱਲ ਜਾਂਦਾ, 34 ਸਾਲ ਚੱਲ ਜਾਂਦਾ, 21 ਸਾਲ ਚੱਲ ਜਾਂਦਾ, 22 ਸਾਲ ਚੱਲ ਜਾਂਦਾ ਜੀ। ਮੈਂ ਕਈ ਵਾਰੀ ਜਦੋਂ ਆਪਾਂ ਇਸ ਖਬਰ ਨੂੰ ਡਿਸਕਸ ਕਰਨਾ ਸੀ ਤਾਂ ਮੈਂ ਸਲਮਾਨ ਖਾਨ ਵਾਲਾ ਕੇਸ ਦੇਖਦਾ ਸੀ ਕਿ ਉਹ ਹਿਰਨ ਵਾਲਾ, ਬਲੈਕ ਹਿਰਨ ਵਾਲਾ, ਉਹ 40 ਸਾਲ ਤੱਕ ਚੱਲਿਆ ਜੀ। ਫਿਰ ਉਸ ਤੋਂ ਬਾਅਦ ਉਹਦੀ ਸੁਣਵਾਈ ਹੁੰਦੀ ਹੈ ਤੇ ਫਿਰ ਕਿਤੇ ਉਹ ਮਤਲਬ ਬਹੁਤ ਤਰੀਕੇ ਦੇ ਨਾਲ, ਹੈ ਨਾ ਜੀ ਜੀ ਜੀ। ਹੁਣ ਇਹ ਵੀ ਮਸਲਾ ਇਦਾਂ ਦਾ ਕੁਝ ਲੱਗ ਰਿਹਾ ਸੀਗਾ, ਪਰ ਹੁਣ 1 ਸਾਲ ਦੀ ਸਜ਼ਾ ਗਗਨ ਜੀ ਹੋਈ ਆ ਉਹਨਾਂ ਨੂੰ। ਜਦੋਂ ਆਪਾਂ ਇੱਥੇ ਬੈਠ ਕੇ ਡਿਸਕਸ ਕਰ ਰਹੇ ਹਾਂ, ਉਹ ਹਾਲੇ ਫਿਲਹਾਲ ਆਪਣੇ ਪਟਿਆਲਾ ਵਾਲੇ ਘਰ ਦੇ ਵਿੱਚ ਆ। ਹੁਣ ਉੱਥੋਂ ਉਹਨਾਂ ਨੇ ਜਾਣਾ, ਥੋੜ੍ਹੇ ਚੰਦ ਕੁ ਮਿੰਟਾਂ ਦੇ ਵਿੱਚ ਨਿਕਲ ਜਾਣਾ ਜੀ, ਔਰ ਨਿਕਲ ਕੇ ਕੋਰਟ ਦੇ ਵਿੱਚ ਫਿਰ ਉਹਨਾਂ ਨੇ ਆਪਣਾ ਜਿਹੜਾ ਆ ਆਪਣੇ ਆਪ ਨੂੰ ਪੇਸ਼ ਕਰਨਾ ਆ, ਜਿਹਨੂੰ ਅਸੀਂ ਕਹਿੰਦੇ ਹੁੰਦੇ ਆ ਕਿ ਸਰੈਂਡਰ ਕਰਨਾ ਆ ਜੀ। ਸਰੈਂਡਰ ਕਰਨ ਤੋਂ ਬਾਅਦ ਸ਼ਾਇਦ ਉਹਨਾਂ ਨੂੰ ਨਾਭਾ ਪਟਿਆਲਾ ਜੇਲ੍ਹ ਦੇ ਵਿੱਚ ਭੇਜਿਆ ਜਾਵੇ। ਤੇ ਜੇ ਇਦਾਂ ਭੇਜਿਆ ਗਿਆ ਤਾਂ ਇੱਕ ਵਾਰ ਫਿਰ ਤੋਂ ਇਤਿਹਾਸ ਬਣ ਜਾਣਾ, ਕਿਉਂਕਿ ਬਿਕਰਮਜੀਤ ਸਿੰਘ ਮਜੀਠੀਆ ਵੀ ਨਾਭਾ ਜੇਲ੍ਹ ਦੇ ਵਿੱਚ ਨੇ ਜੀ ਜੀ। ਸੋ ਇਹ ਵੀ ਉੱਥੇ ਗਏ ਤਾਂ ਠੀਕ ਹੈ। ਫਿਰ ਅੱਜ ਕਹਿੰਦੇ ਜੀ ਇਹਨਾਂ ਨੇ ਸੁਣਵਾਈ ਵੀ ਪਾਉਣੀ ਆ, ਤੇ ਜੇ ਅੱਜ ਸੁਣਵਾਈ ਹੋਊਗੀ ਜਿਹੜੀ ਕਿ ਨੈਕਸਟ ਟੂ ਪੋਸੀਬਲ ਲੱਗਦੀ, ਅੱਜ ਸੁਣਵਾਈ ਨਹੀਂ ਹੋ ਸਕਦੀ ਕਿਉਂਕਿ ਟਾਈਮ ਬਹੁਤ ਲੰਘ ਗਿਆ ਆ। ਪਰ ਜੇ ਅੱਜ ਸੁਣਵਾਈ ਨਾ ਹੋਈ ਤਾਂ ਫਿਰ ਇਹਨਾਂ ਨੂੰ ਅਗਲੇ ਸੋਮਵਾਰ ਤੱਕ ਦੀ ਵੇਟ ਕਰਨੀ ਪਊਗੀ। ਤਾਂ ਜੇ ਅਸੀਂ ਸੋਮਵਾਰ ਦੀ ਗੱਲ ਕਰਦੇ ਹਾਂ ਤੇ ਫਿਰ ਇਹਨਾਂ ਕੋਲ ਸਿਰਫ ਤੇ ਸਿਰਫ ਸੋਮਵਾਰ ਦਾ ਦਿਨ ਹੀ ਹੋਊਗਾ, ਜਾਂ ਸੋਮਵਾਰ ਦਾ ਜਾਂ ਮੰਗਲਵਾਰ ਦਾ, ਕਿਉਂਕਿ 23 ਮਈ ਤੋਂ ਲੈ ਕੇ ਮਾਫ ਕਰਨਾ, ਫਿਰ ਸਿਰਫ ਸੋਮਵਾਰ ਦਾ ਦਿਨ ਇਹਨਾਂ ਕੋਲੇ ਜੀ ਜੀ। 23 ਮਈ ਤੋਂ ਲੈ ਕੇ 10 ਜੁਲਾਈ ਤੱਕ ਕੋਰਟ ਦੀਆਂ ਛੁੱਟੀਆਂ ਨੇ। ਉਸ ਤੋਂ ਬਾਅਦ ਇਹਨਾਂ ਦੀ ਸੁਣਵਾਈ ਨਹੀਂ ਹੋਣੀ। ਫਿਰ ਉਹ ਜਿਹੜੀ ਕਹਿ ਲਓ ਕਿ ਨਾਭਾ ਜੇਲ੍ਹ ਦੀ ਜਿਹੜੀਆਂ ਗੱਲਾਂ ਰੋਟੀਆਂ ਨੇ ਉਹ ਖਾਣੀਆਂ ਤਾਂ ਪੈਣੀਆਂ ਹੀ ਆ। ਤੇ ਫਿਰ ਦੋਸਤ ਵੀ ਉੱਥੇ ਹੀ ਆ। ਤੇ ਫਿਰ ਸਬੱਬ ਦੇਖੋ, ਕਮਾਲ ਦੀ ਗੱਲ ਹੈ, ਮਜੀਠੇ ਵਿੱਚ ਇਕੱਠੇ ਸੀਗੇ, ਉਸ ਤੋਂ ਬਾਅਦ ਵਿੱਚ ਨਾਭੇ ਦੇ ਵਿੱਚ ਹੁਣ ਇਕੱਠੇ ਹੋ ਜਾਣਾ ਹੈ ਨਾ। ਸੋ ਇਹ ਮੈਨੂੰ ਲੱਗਦਾ ਨਹੀਂ ਇਹ ਭਾਈਚਾਰਾ ਹੈ ਸਾਡੇ ਨੇਤਾਵਾਂ ਦਾ। ਇਹ ਭਾਈਚਾਰਾ, ਇਹ ਤਕੜਾ ਭਾਈਚਾਰਾ। ਮੈਨੂੰ ਲੱਗਦਾ ਕਿ ਕਹਿੰਦੇ ਹੁੰਦੇ ਨਾ ਵੀ ਕਿ ਨਿਊਜ਼ ਤੇ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਤੇ ਹੁਣ ਮਜੀਠੀਆ ਸਾਹਿਬ ਇਕੱਠੇ ਨਿਊਜ਼ 'ਚ ਆਇਆ ਕਰਨਗੇ। ਪਤਾ ਲੱਗੇਗਾ ਕਿ ਅੱਜ ਇਹਨਾਂ ਨੇ ਇਕੱਠਿਆਂ ਨੇ, ਜੇ ਬਾਈ ਚਾਂਸ ਸਿੱਧਾ ਹੋ ਜਾਂਦਾ ਜੀ ਜੀ, ਅੱਜ ਜੀ ਜੇਲਰ ਸਾਹਿਬ ਦੇ ਨਾਲ ਇਹਨਾਂ ਦੀ ਕਈ ਸੁਣੀ ਹੋ ਗਈ ਜੀ। ਕੱਲ ਇਹਨਾਂ ਨੇ ਇਕੱਠੇ ਬਹਿ ਕੇ ਕੱਪੜੇ ਧੋ ਲਏ ਆ, ਪਰਸੋਂ ਇਹਨਾਂ ਦੀ ਲੰਗਰ ਡਿਊਟੀ ਲਾਤੀ ਆ। ਇਦਾਂ ਖਬਰਾਂ ਬਾਹਰ ਆਉਣਗੀਆਂ ਫਿਰ। ਬਿਲਕੁਲ, ਦੋਨਾਂ ਨੂੰ ਖਤਰਾ ਦੋਨੇ ਕਹਿੰਦੇ ਸਾਨੂੰ ਜ਼ਮਾਨਤ ਦੇ। ਅੰਮ੍ਰਿਤਸਰ ਦੇ ਵਿੱਚ ਨਾ STF ਨੂੰ ਬੜੀ ਵੱਡੀ ਕਾਮਯਾਬੀ ਮਿਲੀ, ਸਪੈਸ਼ਲ ਟਾਸਕ ਫੋਰਸ ਨੂੰ। ਕਿਹੜੀ ਕਾਮਯਾਬੀ ਹੈ ਜੀ ਉਹ? ਦੇਖੋ, ਜਦੋਂ ਆਪਾਂ ਗੱਲ ਕਰਦੇ ਸੀ ਨਾ STF ਦੀ, ਤੇ STF ਹਰ ਜਗ੍ਹਾ ਦੇ ਉੱਤੇ ਤੈਨਾਤ ਕਰ ਦਿੱਤੀ ਹੈ ਹਾਂਜੀ। ਤਕਰੀਬਨ ਹਰ ਪੰਜਾਬ ਦੇ ਵੱਡੇ ਜ਼ਿਲ੍ਹੇ ਦੇ ਵਿੱਚ STF ਦੀ ਬਹੁਤ ਜ਼ਿਆਦਾ ਐਕਟਿਵ ਹੈ ਜੀ। ਜਦੋਂ ਅਸੀਂ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ ਤੇ ਬਾਰਡਰ ਰੇਂਜ ਆ, ਇਹਦੇ ਉੱਤੇ ਪਿਛਲੇ ਕਹਿ ਲਈਏ ਕਿ 2 ਮਹੀਨਿਆਂ ਤੋਂ ਕਾਫੀ ਜਿਹੜੇ ਆ ਐਕਟਿਵ ਸੀਗੀ। ਤੇ ਹੁਣ ਜਦੋਂ ਮੋਹਾਲੀ ਦੀ ਘਟਨਾ ਹੁੰਦੀ ਹੈ ਗਗਨ ਜੀ, ਉਸ ਤੋਂ ਬਾਅਦ ਲਗਾਤਾਰ ਉੱਥੇ STF ਜਿਹੜੀ ਸੀਗੀ, ਸਪੈਸ਼ਲੀ ਜਿਹਨੂੰ ਅਸੀਂ ਕਹਿੰਦੇ ਹਾਂ ਕਿ DIG ਦੇ ਅੰਡਰ ਜਿਹੜੀ STF ਆ ਉਹ ਉੱਥੇ ਤੈਨਾਤ ਸੀਗੀ। ਤੇ
ਉਹਨਾਂ ਨੇ 4 ਜਿਹੜੇ ਆ ਲੋਕ ਇਹਨਾਂ ਨੂੰ ਹਿਰਾਸਤ 'ਚ ਵਿੱਚ ਲਿਆ ਆ ਜੀ। ਸੰਦਿਗਧ ਕਹਿੰਦੇ ਆ ਉਹਨਾਂ ਨੂੰ, ਕਹਿੰਦੇ ਜੀ ਹੱਲੇ ਤੇ ਉਹਨਾਂ ਦੇ ਉੱਤੇ ਲੱਗਦਾ ਵੀ ਇਹਨਾਂ ਨੇ ਕੁਝ ਕੀਤਾ, ਪਰ ਉਹਨਾਂ ਕੋਲ ਸ਼ੱਕੀ ਆ, ਪਰ ਉਹਨਾਂ ਕੋਲ ਜਿਹੜਾ ਸਮਾਨ ਫੜਿਆ ਉਹ ਕਹਿੰਦੇ ਕਿ ਧਮਾਕਾ ਖੇਤ ਸਮਗਰੀ ਹੈ। ਹਾਂ, ਤੇ ਸਭ ਤੋਂ ਵੱਡੀ ਗੱਲ ਗਗਨ ਜੀ ਉੱਥੇ ਪਤਾ ਕੀ ਹੈ, ਇੱਕ 8ਵੀਂ 'ਚ ਪੜ੍ਹਦਾ ਜਵਾਕ ਵੀ ਇਹਨਾਂ ਦੇ ਨਾਲ ਫੜਿਆ ਗਿਆ ਹੈ। ਦੱਸੋ। ਹੁਣ ਇਹ ਚੀਜ਼ ਜਿਹੜੀ ਆ ਨਾ, ਇਹ ਸਭ ਤੋਂ ਵੱਡੀ ਵਿਚਾਰਨ ਵਾਲੀ ਗੱਲ ਆ ਕਿ ਜੇ 8ਵੀਂ 'ਚ ਪੜ੍ਹਦਾ ਜਵਾਕ ਇਹਨਾਂ ਦੇ ਨਾਲ ਆ ਤੇ ਇਹ ਕੌਣ ਲੋਕ ਨੇ, ਕੀ ਕਰਦੇ ਨੇ, ਇਰਾਦਾ ਕੀ ਆ, ਤੇ ਅਸੀਂ ਕਿੱਥੇ ਨੂੰ ਜਾ ਰਹੇ ਹਾਂ, ਵੱਡੀਆਂ ਗੱਲਾਂ ਨੇ। ਪੰਜਾਬ ਵਾਸਤੇ ਬਹੁਤ ਵੱਡਾ ਖਤਰਾ, ਬਹੁਤ ਵੱਡਾ ਖਤਰਾ ਹੋ ਸਕਦਾ ਜੀ। ਪਰ ਇਹ ਫੜਨ ਤੋਂ ਬਾਅਦ ਕੀ ਤੁਹਾਨੂੰ ਲੱਗਦਾ ਵੀ ਕੋਈ ਨਾ ਕੋਈ ਠੱਲ ਪੈ ਜੂ, ਜਾਂ ਫਿਰ ਜਿਹੜੇ ਹੋਰ ਲੁਕੇ ਛਿਪੇ ਚਿਹਰੇ ਹੈਗੇ ਆ ਉਹ ਥੋੜੇ ਕੰਬਣਗੇ ਜਾਂ ਡਰਨਗੇ? ਦੇਖੋ, ਪਹਿਲਾਂ ਲੁਧਿਆਣਾ ਬੰਬ ਬਲਾਸਟ ਹੁੰਦਾ, ਹਾਂਜੀ, ਲੁਧਿਆਣਾ ਬੰਬ ਬਲਾਸਟ ਦੇ ਵਿੱਚ ਸਾਡੇ ਕੋਲੇ ਪ੍ਰੋਗਰੈਸ ਆ ਗਈ, ਕਹਿੰਦੇ ਜੀ ਉਹ ਬੰਦਾ ਜਿਹੜਾ ਸੀ ਉਹਦੇ ਇੱਥੇ ਬਾਂਹ ਦੇ ਉੱਤੇ ਖੰਡਾ ਬਣਿਆ ਸੀ, ਅਸੀਂ ਫੜ ਲਿਆ, ਇੱਥੋਂ ਦਾ ਇੱਥੇ ਸੀਗਾ, ਸਾਬਕਾ ਪੁਲਿਸ ਦੇ ਵਿੱਚ ਵੀ ਸੀਗਾ ਉਹ ਜੀ, ਇਦਾਂ ਗੱਲ ਹੋਈ, ਉਦਾਂ ਗੱਲ ਹੋਈ। ਮਾਸਟਰਮਾਈਂਡ ਨਹੀਂ ਫੜਿਆ ਗਿਆ, ਵੱਡਾ ਮਗਰਮੱਛ ਨਹੀਂ ਫੜਿਆ ਗਿਆ। ਫਿਰ ਸਾਡੇ ਪਠਾਨਕੋਟ ਹੁਣ ਕਿੰਨੇ ਅਗੜ ਪਿਛੜੀ ਕਿੰਨੇ ਗੱਲਾਂ ਹੋ ਗਈਆਂ, ਹਾਂਜੀ, ਉਹਨਾਂ ਦਾ ਤਾਂ ਇੱਕ ਸੁਰਾਗ ਵੀ ਨਹੀਂ ਮਿਲਿਆ, ਕੌਣ ਸੀ, ਕਿੱਦਾਂ ਹੋਇਆ, ਕੀ ਹੋਇਆ, ਕਦੋਂ ਹੋਇਆ ਜੀ। ਆਏ ਦਿਨ ਜਿਹੜਾ ਆ ਸਾਨੂੰ ਕਹਿੰਦੇ ਕਿ ਬਾਰਡਰ ਵਾਲਾ ਜਿਹੜਾ ਸਾਡਾ ਆ ਉੱਥੋਂ ਹਥਿਆਰ ਮਿਲਦੇ ਆ। ਕਈ ਵਾਰੀ ਕਹਿੰਦੇ ਜੀ ਲੁਧਿਆਣੇ ਵਾਲੇ 2 ਜਵਾਕ ਫੜੇ ਵੀ ਗਏ ਸੀਗੇ, ਉਹ ਰੂਪਨਗਰ ਅਮਲੋਹ ਰਾਜਸਥਾਨ ਨਾਲ ਜਾ ਰਹੇ ਸੀ, ਰਾਜਸਥਾਨ ਪੁਲਿਸ ਨੇ ਕਾਬੂ ਕਰ ਲਏ ਜੀ। ਉਹ ਵੀ ਉਹਦੇ ਵਿੱਚ ਵੀ ਸਾਡੇ ਕੋਲੇ ਕੋਈ ਲੀਡ ਨਹੀਂ ਹੈਗੀ। ਹੁਣ ਤੀਸਰੀ ਗੱਲ ਅੱਜ ਵਾਲੀ ਹੋ ਗਈ, ਤੁਸੀਂ ਕਹਿੰਦੇ ਆ ਕਿ ਫੜਿਆ ਨਾ ਜਾਊਗਾ, ਜੇ ਪਿਛਲਿਆਂ ਤੋਂ ਨਹੀਂ ਫੜਿਆ ਗਿਆ ਤੇ ਇਹਦੇ ਤੋਂ ਫਿਰ ਕਿੰਨੀ ਕੁ ਉਮੀਦ ਲਾ ਸਕਦੇ ਤੁਸੀਂ, ਕਿਉਂਕਿ ਮਾਸਟਰਮਾਈਂਡ ਜਿਹੜਾ ਹੈ ਉਹ ਕੁਝ ਹੋਰ ਹੈ। ਕੋਈ ਕਹਿੰਦਾ ਸੀ ਜੀ ਜਿਹੜਾ ਬਲਵਿੰਦਰ, ਫੜਨਾ ਔਖਾ ਆ, ਇਹ ਫੜਨਾ ਔਖਾ ਤਾਂ ਨਹੀਂ ਹੈਗਾ ਗਗਨ ਜੀ, ਪਰ ਇਹਦੀਆਂ ਤਾਰਾਂ ਜਿਹੜੀਆਂ ਨੇ ਨਾ ਉਹ ਪਤਾ ਨਹੀਂ ਲੱਗਦਾ ਕਿੱਥੇ ਕਿੱਥੇ ਰਲੀਆਂ ਹੋਈਆਂ ਨੇ। ਜਦੋਂ ਕਹਿੰਦੇ ਹੁੰਦੇ ਨੇ ਕਿ ਗੋਲਾ ਤਾਰ ਦਾ ਲਪੇਟੋ ਤੇ ਗੁੰਝਲਾਂ ਪੈ ਜਾਵੇ, ਹਾਂਜੀ, ਤੇ ਗੁੰਝਲਾਂ ਇਦਾਂ ਦੀਆਂ ਪਈਆਂ। ਹੁਣ ਜਿਹਨੂੰ ਤੁਹਾਨੂੰ ਲੱਗਦਾ ਕਿ ਇੱਕ ਗੁੰਝਲ ਖੋਲੋ ਤੇ ਦੂਸਰੀ ਗੁੰਝਲ ਫਸ ਜਾਂਦੀ, ਦੂਸਰੀ ਗੁੰਝਲ ਖੋਲੋ ਤੀਸਰੀ ਫਸ ਜਾਂਦੀ, ਜਲੇਬੀ। ਹਾਂ, ਇਹ ਗੁੰਝਲ ਜਿਹੜੀ ਜਲੇਬੀ ਤੋਂ ਵੀ, ਜਲੇਬੀ ਤਾਂ ਅਸੀਂ ਮੂੰਹ 'ਚ ਪਾ ਲੈਣੀ ਹੈ ਤੇ ਚਲੋ ਠੀਕ ਹੋ ਜਾਣਾ, ਹਾਂਜੀ, ਹਨਾ, ਜਾਣੀ ਤੋਂ ਮੂੰਹ 'ਚ ਆ ਜੀ। ਇਹ ਗੁੰਝਲ ਉਹ ਵਾਲੀ ਹੈ ਜਿਹੜੀ ਹੁਣ ਹੌਲੀ ਹੌਲੀ ਜੀਭ ਵੀ ਕੱਟੂਗੀ। ਸੋ ਮੈਨੂੰ ਲੱਗਦਾ ਕਿ ਇਹ ਫੜਿਆ ਜਾ ਸਕਦਾ। ਜਿਹੜਾ ਤੁਹਾਡਾ ਸਵਾਲ ਹੈ, ਖੋੜ ਨੂੰ ਕੀ ਨਹੀਂ ਹੋ ਸਕਦਾ। ਹਾਂ, ਮੈਂ ਵੀਡੀਓ ਇੱਕ ਦੇਖ ਰਿਹਾ ਸੀਗਾ, ਉਹ ਕਹਿੰਦਾ ਜੀ ਆਹ ਦੇਖੋ ਜੀ, ਆਹ ਆਪਣੇ ਪਿੰਡ ਦੇ ਵਿੱਚੋਂ ਨਸ਼ਾ ਫੜਿਆ, ਮੈਂ ਹੁਣ ਕਹਿੰਦਾ ਥਾਣੇਦਾਰ ਨੂੰ ਬੁਲਾ ਲਿਆ, ਨਾਲ ਉਹਦੇ ਹੋਰ 2 ਮੁਲਾਜ਼ਮ ਆ ਗਏ ਤੇ ਆਹ ਨਸ਼ੇ ਵਾਲਾ ਫੜ ਲਿਆ। ਤੇ ਉਹ ਥਾਣੇਦਾਰ ਆ ਕੇ ਕਹਿੰਦਾ ਦੱਸ ਉਹ ਕਾਕਾ, ਹੈਂ ਤੂੰ ਦੱਸ ਵੀ ਨਸ਼ਾ ਕਿੱਥੋਂ ਕਹਿੰਦਾ ਲੈ ਕੇ ਆਉਣਾ? ਤਾਂ ਉਹ ਮੁੰਡਾ ਕਹਿੰਦਾ ਜੀ ਤੁਹਾਨੂੰ ਪਤਾ ਹੀ ਹੈ ਨਾ। ਇਹ ਮੈਨੂੰ ਲੱਗਦਾ ਤਾਰਾਂ ਕਿਤੇ ਇੱਦਾਂ ਜੇ ਜੋੜਨ ਲੱਗੇ, ਜੇ ਦਿਲ ਦੇ ਵਿੱਚ ਜਜ਼ਬਾ ਹੋਵੇ ਪੰਜਾਬ ਪੁਲਿਸ ਦੇ ਜਾਂ ਫਿਰ STF ਦੇ, ਤਾਂ ਫਿਰ ਕਿਤੇ ਨਾ ਕਿਤੇ ਇਹ ਤਾਰਾਂ ਜੋੜ ਕੇ ਗਾਂਹ ਤੋਂ ਗਾਂਹ ਜੇ ਆਪਣੇ ਜਿਹੜੇ ਪੋਲੀਟੀਕਲ ਲੀਡਰਸ ਦੇ ਵਿੱਚ ਦਖਲਅੰਦਾਜ਼ੀ ਨਾ ਕਰਨ ਤੇ ਇਹ ਮਸਲਾ ਹੱਲ ਹੋ ਸਕਦਾ ਕਿਤੇ ਨਾ ਕਿਤੇ। ਦੇਖੋ, ਜੇ ਤਾਂ ਬੜੀ ਜਗ੍ਹਾ ਤੇ ਉੱਤੇ ਆ, ਜੇ ਤੁਸੀਂ ਸ਼ੇਅਰ ਵੀ ਬੋਲਦੇ ਨੇ ਜੇ ਨਹੀਂ ਵਿਆਹੀ ਦੀ, ਹਾਂ, ਜੇ ਨਹੀਂ ਮਸਤੀ 'ਚ ਰਹੀ ਤੇ ਗੱਲ ਦਿਲ ਤੇ ਨਹੀਂ ਲਾਈ ਦੀ, ਮੁੜ ਕੇ ਇਹ ਗੱਲ ਹੋ ਜਾਂਦੀ। ਉਹੀ ਗੱਲ ਆ ਨਾ, ਹਾਂਜੀ, ਕਿ ਤੇ ਉਹ ਜੇ ਜਿਹੜੀ ਆ, ਇਹ ਤਾਂ ਚਲੋ ਇਹਨੂੰ ਕੱਢਣਾ ਚਾਹੀਦਾ ਜ਼ਰੂਰੀ। ਪਰ ਜਦੋਂ ਅਸੀਂ ਕਹਿੰਦੇ ਆ ਨਾ ਕਿ ਪਹਿਲਾਂ ਵਾਲਾ ਪੰਜਾਬ ਉਹ ਜਿਹੜਾ ਹੱਸਦਾ ਪੰਜਾਬ ਆ, ਆਪਣਾ ਪੰਜਾਬ ਆ, ਉਹ ਪੰਜਾਬ ਬਣਾਉਣ ਦੇ ਲਈ ਤੇ ਫਿਰ ਉਹ ਵਾਕਈ ਚਾਹੀਦਾ ਹੈ ਕਿ ਇਹ ਸਾਰਾ ਕੁਝ ਖਤਮ ਹੋ ਜਾਵੇ। ਕਿਉਂਕਿ ਦੇਖੋ, ਕਿਸੇ ਵੀ ਹਾਲਾਤ ਦੇਖੋ, ਹੁਣ ਅਸੀਂ ਕਹਿੰਦੇ ਅਸੀਂ ਮਾਰਕੀਟਿੰਗ ਲੈ ਕੇ ਆਉਣੀ ਆ, ਇੱਥੇ ਅਸੀਂ ਬਿਜ਼ਨਸ ਲੈ ਕੇ ਆਉਣਾ, ਹਾਂਜੀ, ਐਗਰੀਕਲਚਰ ਬੇਸਡ ਅਸੀਂ ਕੰਪਨੀਆਂ ਨੂੰ ਸੱਦਣਾ ਆ, ਐਗਰੋ ਬੇਸਡ ਕੰਪਨੀਆਂ ਆਉਣਗੀਆਂ, ਕਿਉਂਕਿ ਐਗਰੋ ਜਿਹੜਾ ਐਗਰੀਕਲਚਰ ਜਿਹੜਾ ਸਾਡਾ ਉਹ ਮੇਨ ਧੰਦਾ ਆ, ਉਹਦੇ ਉੱਤੇ ਆਲੂ ਬਥੇਰੇ ਹੁੰਦੇ, ਤੇ ਚਿਪਸ ਬਣਾਉਣ ਵਾਲੀ ਕੰਪਨੀ ਆ ਜਾਵੇ ਤੇ ਬਥੇਰਿਆਂ ਨੂੰ ਇੱਥੋਂ ਲਾਹਾ ਮਿਲ ਜਾਣਾ। ਇੱਦਾਂ ਹੀ ਮੱਕੀ ਲੱਗਦੀ ਆ, ਤੇ ਜੇ ਕੋਈ ਮੱਕੀਆਂ ਨੂੰ ਪ੍ਰੋਸੈਸ ਕਰਕੇ ਕੁਝ ਬਣਾਉਂਦੀ ਹੋਵੇ ਕੰਪਨੀ 'ਚ, ਵੱਡੀ ਕੰਪਨੀ ਆ ਜਾਵੇ ਤੇ ਸਾਨੂੰ ਲਾਹਾ ਹੋ ਜਾਵੇ। ਬਿਲਕੁਲ। ਹੁਣ ਕੰਪਨੀਆਂ ਕਦੋਂ ਆਉਂਦੀਆਂ? ਜਦੋਂ ਕੰਪਨੀਆਂ ਨੂੰ ਪਤਾ ਹੁੰਦਾ ਵੀ ਬਈ ਇੱਥੇ ਗੋਲੀ ਛਿੱਕਾ ਨਹੀਂ ਚੱਲਦਾ, ਇੱਥੇ ਬਹੁਤ ਮਾਹੌਲ ਸਖਾਵਾਂ ਆ, ਇੱਥੇ ਦੀ ਇਕਨੋਮੀ ਵਧੀਆ ਆ, ਅਸੀਂ ਆ ਜਾਣਾ। ਇਹਦੇ ਨਾਲ ਬਿਜ਼ਨਸ ਨੂੰ ਵੀ ਨੁਕਸਾਨ ਆ, ਇਹਦੇ ਨਾਲ ਆਮ ਬੰਦੇ ਨੂੰ ਵੀ ਨੁਕਸਾਨ ਆ, ਤੇ ਇਹਦੇ ਨਾਲ ਹਰ ਕਿਸੇ ਨੂੰ ਨੁਕਸਾਨ ਆ। ਮਤਲਬ ਕੰਪਨੀਆਂ ਨਹੀਂ ਅਜੇ ਆ ਸਕਦੀਆਂ ਜਿਹੜੀਆਂ ਸਾਡਾ ਹੀ ਆਲੂ ਜਿਹੜਾ ਹੈਗਾ ਕੱਟ ਕੇ ਲੂਣ ਲਾ ਕੇ ਹਵਾ ਭਰ ਕੇ ਤੇ ਉਹ ਸਾਨੂੰ ਹੀ ਵੇਚਣਗੀਆਂ 20 ਰੁਪਏ ਦਾ, ਹੈ ਨਾ। ਦੇਖੋ, ਐਗਰੋ ਬੇਸਡ ਇੰਡਸਟਰੀ ਤੇ ਤਾਂ ਮਜ਼ਾਈਆ, ਮਤਲਬ ਦੇਖੋ ਇਹ ਮਜ਼ਾਈਆ ਜਿਹਾ ਸੀਗਾ, ਪਰ ਫਿਰ ਵੀ ਆਰਥਿਕਤਾ ਨੂੰ ਖਤਰਾ, ਕਿਉਂਕਿ ਜੇ ਸਾਡਾ ਭਾਈਚਾਰਾ ਕਾਇਮ ਨਹੀਂ ਹੈਗਾ, ਜੇ ਸਾਡੀ ਸ਼ਾਂਤੀ, ਸਾਡੀ ਸੁਰੱਖਿਆ, ਅਮਨ ਕਾਨੂੰਨ ਵਿਵਸਥਾ ਕਾਇਮ ਨਹੀਂ ਹੈਗੀ, ਤਾਂ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਮਨਫੀ ਹੋ ਜਾਂਦੀਆਂ ਸਾਡੇ ਵਿੱਚੋਂ। ਸੋ ਹੁਣ ਮੈਂ ਜੇ ਗੱਲ ਕਰਾਂ ਥੋੜ੍ਹਾ ਜਿਹਾ ਨਾ, ਪਹਿਲਾਂ ਮੈਂ ਗੀਤ ਸੁਣਦਾ ਹੁੰਦਾ ਸੀਗਾ, ਰਾਣਾ ਗੁਰਜੀਤ ਸਾਡਾ ਯਾਰ ਵੇ ਬਾਦਲਾ, ਰਾਣਾ ਗੁਰਜੀਤ ਸਾਡਾ ਯਾਰ, ਉਹਨਾਂ 'ਚ ਲੱਗਦੇ ਹੁੰਦੇ ਸੀ ਗੀਤ, ਸੋਹਣੇ ਵੀ ਲੱਗਣੇ, ਤਰਜ ਤੁਰਜ ਸੋਹਣੀ ਸੋਹਣੀ, ਭੰਗੜਾ ਭੁੰਗੜਾ ਲੋਕਾਂ ਨੇ ਪਾ ਛੱਡਿਆ, ਰਾਣਾ ਗੁਰਜੀਤ ਜਿਤਾਤਾ, ਮੁੰਡਾ ਵੀ ਜਿਤਾਤਾ।
ਹੁਣ ਕਹਿੰਦੇ ਆ ਵੀ ਰਾਣਾ ਗੁਰਜੀਤ ਹੋਰੀ ਨਵਜੋਤ ਸਿੰਘ ਸਿੱਧੂ ਦੇ ਬਾਰੇ ਕੁਛ ਨਾ ਕੁਛ ਕਹਿ ਰਹੇ ਆ, ਮਨੋ ਮਨੀ ਵੀ ਤੇ ਕੈਮਰੇ ਤੇ ਵੀ। ਪਤਾ ਗੱਲ ਕੀ ਆ, ਹੂੰ, ਜਦੋਂ ਤੁਸੀਂ ਦੇਖਿਆ ਇਹ ਇਲੈਕਸ਼ਨ ਸੀ ਤੇ ਸਭ ਤੋਂ ਜ਼ਿਆਦਾ ਜੇ ਖੰਭ ਕਿਸੇ ਨੇ ਚੱਕੇ ਸੀ ਤਾਂ ਨਵਜੋਤ ਸਿੰਘ ਸਿੱਧੂ ਨੇ ਚੱਕੇ ਸੀ। ਉਹ ਕਹਿੰਦੇ ਜੀ ਰਾਣਾ ਗੁਰਜੀਤ ਤਾਂ ਚੋਰ ਆ, ਅੱਛਾ ਇਹਦਾ ਮੁੰਡਾ ਵੀ ਚੋਰ ਆ ਜੀ। ਤੁਹਾਨੂੰ ਪਤਾ ਹੋਵੇਗਾ ਕਿ ਰਾਣਾ ਗੁਰਜੀਤ ਰਣਿੰਦਰ ਦੀ ਜਗ੍ਹਾ ਜਿਹੜਾ ਰਾਣਾ ਸੁਲਤਾਨਪੁਰ ਤੋਂ ਜਿਹੜਾ ਜਿੱਤਿਆ ਨਾ ਜੀ, ਉਹਦੇ ਇਹਨਾਂ ਦਾ ਹੀ ਜਿਹੜਾ ਸੀ ਕਾਂਗਰਸ ਦਾ ਹੀ ਜਿਹੜਾ ਸੀਗਾ ਉਹ ਕੈਂਡੀਡੇਟ ਸੀਗਾ, ਤੇ ਉਹਦੇ ਹੱਕ ਦੇ ਵਿੱਚ ਵੀ ਕੌਣ ਆਇਆ ਸੀ? ਉਹਦੇ ਹੱਕ 'ਚ ਰੈਲੀ ਕਰਦੇ ਸਾਨੂੰ ਨਵਜੋਤ ਸਿੰਘ ਸਿੱਧੂ ਨਜ਼ਰ ਆਏ ਸੀ। ਨਵਜੋਤ ਸਿੰਘ ਸਿੱਧੂ ਚਲੋ ਬਣਦੀ ਵੀ ਸੀ ਕਿਉਂਕਿ ਉਹ ਕਾਂਗਰਸ ਦਾ ਕੈਂਡੀਡੇਟ ਸੀਗਾ ਜੀ ਜੀ, ਪਰ ਇੱਕ ਧੜਾ ਹੋ ਗਿਆ ਸੀ ਜਿਹਦੇ ਵਿੱਚ ਸੀ ਸੁਖਪਾਲ ਖਹਿਰਾ ਦਾ ਮੁੰਡਾ, ਕਿਉਂਕਿ ਸੁਖਪਾਲ ਖਹਿਰਾ ਉਦੋਂ ਜੇਲ੍ਹ 'ਚ ਸੀਗੇ, ਸੁਖਪਾਲ ਖਹਿਰਾ ਦਾ ਮੁੰਡਾ ਜਿਹੜਾ ਸੀਗਾ ਉਹ ਕੈਂਪੇਨ ਕਰਦਾ ਸੀਗਾ, ਮਹਿਤਾਬ ਖਹਿਰਾ ਜੀ। ਫਿਰ ਉਸ ਤੋਂ ਬਾਅਦ ਇਹ ਨਵਜੋਤ ਸਿੰਘ ਸਿੱਧੂ ਹੋ ਗਏ। ਫਿਰ ਇਸ ਸੁਲਤਾਨਪੁਰ ਵਾਲੇ ਦਾ ਹੁਣ ਮੈਨੂੰ ਨਾਂ ਨਹੀਂ ਯਾਦ ਆਉਂਦਾ, ਕੀ ਨਾਮ ਸੀ ਉਹਨਾਂ ਦਾ, ਭਲਾ ਜਿਹਾ ਨਾਮ ਹੈ ਤੇਜ ਕਰਕੇ ਕੁਝ, ਹਾਂਜੀ। ਉਹ ਮਤਲਬ ਇਹ ਸਾਰੇ ਜਿਹੜੇ ਸੀਗੇ ਇੱਕ ਧੜਾ ਹੋ ਗਿਆ ਸੀਗਾ ਜੀ। ਇਹ ਧੜਾ ਰਾਣਾ ਗੁਰਜੀਤ ਦੇ ਖਿਲਾਫ ਸੀਗਾ, ਤੇ ਰਾਣਾ ਗੁਰਜੀਤ ਦੀ ਤਾਂ ਪੁਰਾਣੀ ਕਸਕ ਆ, ਕਹਿੰਦੇ ਨੇ ਜੇ ਦਿਲ ਕੀ ਕਸਕ ਜੋ ਹੈ ਨਾ, ਤੇ ਉਹ ਹੁਣ ਜਿਵੇਂ ਜਿਵੇਂ ਕਹਿੰਦੇ ਡੂੰਗੀ ਹੁੰਦੀ ਹੈ ਜਾਂ ਪੁਰਾਣੀ ਹੋ ਜਾਂਦੀ ਹੈ ਨਾ, ਉਹ ਜ਼ਿਆਦਾ ਤੰਗ ਕਰਦੀ ਹੈ। ਸੋ ਰਾਣਾ ਗੁਰਜੀਤ ਨੂੰ ਜੇ ਕੈਬਨਿਟ ਮਿਨਿਸਟਰੀ ਤੋਂ ਲਾਇਆ ਸੀ ਤਾਂ ਕਿਸੇ ਨੇ ਹਊ-ਹੱਲਾ ਕੀਤਾ ਸੀ, ਉਹ ਨਵਜੋਤ ਸਿੰਘ ਸਿੱਧੂ ਸੀ। ਹੁਣ ਰਾਣਾ ਗੁਰਜੀਤ ਹੋ ਗਏ ਸਿੱਧੇ, ਉਹ ਕਹਿੰਦੇ ਮੈਂ ਤਾਂ ਪਹਿਲਾਂ ਇਹ ਕਹਿੰਦਾ ਸੀ ਵੀ ਇਹ ਬੀਜੇਪੀ ਦਾ ਬੰਦਾ ਹੈ ਤੇ ਬੀਜੇਪੀ 'ਚ ਹੀ ਜਾਊਗਾ, ਪੰਜਾਬ ਕਾਂਗਰਸ ਨੂੰ ਬਰਬਾਦ ਕਰਨ ਆਇਆ ਸੀ ਤੇ ਕਰ ਗਿਆ, ਤੇ ਹੁਣ ਇਹ ਦੁਬਾਰਾ ਆਪਦੀ ਉੱਥੇ ਚਲੇ ਜਾਊਗਾ ਜੀ। ਹੁਣ ਇਹ ਗੱਲ ਦੇ ਉੱਤੇ ਨਾ ਬੜੇ ਸਾਰੇ ਲੋਕ ਗਗਨ ਜੀ ਬਲੀਵ ਵੀ ਕਰਦੇ, ਯਕੀਨ ਕਰਦੇ ਆ ਕਿ ਵਾਕਈ ਇਹ ਗੱਲ ਕਿਤੇ ਸਹੀ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਜੋ ਚਾਲੇ ਚੱਲੇ ਆ ਉਹ ਲੱਗਦਾ ਤਾਂ ਸੀਗਾ ਕਿ ਬਰਬਾਦ ਕਰਨੇ ਆਏ हैं तो करके ही जाएंगे, है ना। ਹੁਣ ਕਾਂਗਰਸ ਤੇ ਪੰਜਾਬ ਦੀ ਕਾਂਗਰਸ ਦੇਖੋ ਤਾਂ ਖੂੰਜੇ ਹੀ ਲੱਗ ਗਈ ਆ, ਮਤਲਬ ਪਤਾ ਹੀ ਨਹੀਂ ਲੱਗਦਾ ਕੌਣ ਕਿੱਥੇ ਆ। ਕਿਸੇ ਨੇ ਫੇਸਬੁੱਕ ਤੇ ਇੱਕ ਪੋਸਟ ਪਾਈ, ਕਹਿੰਦੇ ਜੀ ਇਹਨਾਂ ਦੀ ਪ੍ਰਧਾਨ ਦੀ ਕੁਰਸੀ ਤਾਂ ਇਦਾਂ ਹੋਈ ਆ ਕਿ ਕੋਈ 2 ਨੰਬਰ ਵੀ ਜਾਵੇ ਤਾਂ ਪਿੱਛੋਂ ਮਲੱਕਣ ਦਾ ਡਰ ਹੁੰਦਾ। ਬਿਲਕੁਲ ਵੀ ਆਏ ਦਿਨ ਪ੍ਰਧਾਨ ਬਦਲ ਦਿੰਦੇ ਆ। ਮੈਂ ਕਿਹਾ ਗੁਰਦੀਪ ਜੀ ਗਾਉਂਦੇ ਹੁੰਦੇ ਸੀਗੇ ਤੇ ਮਾਸ਼ਾਅੱਲਾ, ਮਤਲਬ ਹੁਣ ਵੀ ਸਟੇਜਾਂ ਤੇ ਜਦੋਂ ਉਹਨਾਂ ਨੂੰ ਸੁਣੀਦਾ ਨਾ, ਇਸ਼ਕ ਆਖਦਾ ਏ ਤੇਰਾ ਕੱਖ ਰਹਿਣ ਵੀ ਨਹੀਂ ਦੇਣਾ, ਚੁੱਪ ਰਹਿਣ ਵੀ ਨਹੀਂ ਦੇਣਾ ਤੇ ਕੁਝ ਕਹਿਣ ਵੀ ਨਹੀਂ ਦੇਣਾ। ਉਹ ਹਾਲਾਤ ਹੋਏ ਹੁਣ ਕਾਂਗਰਸ ਦੇ। ਅੱਛਾ, ਵੀ ਨਾ ਤਾਂ ਵਿਚਾਰੀ ਉਹ ਚੁੱਪ ਕਰਕੇ ਬੈਠ ਸਕਦੀ ਆ, ਨਾ ਕੁਝ ਕਹਿ ਸਕਦੀ ਆ, ਜੇ ਖਾਏ ਤਾਂ ਕੋੜੀ, ਜੇ ਅੱਗੇ ਤਾਂ ਕੂੜ ਕਿੱਲਾ, ਉਹ ਹਿਸਾਬ ਕਿਤਾਬ ਹੋ ਗਈ ਹੈ ਨਾ। ਸੋ ਕਿਤੇ ਨਾ ਕਿਤੇ ਇਹ ਜਿਹੜੀ ਕਾਂਗਰਸ ਆ ਉਹਨੂੰ ਜਾਖੜ ਸਾਹਿਬ ਹੋ ਗਏ, ਸਿੱਧੂ ਸਾਹਿਬ ਹੋ ਗਏ, ਉਹਨਾਂ ਨੇ ਖੂੰਜੇ ਲਾਉਣ ਦੇ ਵਿੱਚ ਕੋਈ ਕਸਰ ਛੱਡੀ ਨਹੀਂ। ਜਾਖੜ ਸਾਹਿਬ ਦਾ ਵੀ ਥੋੜਾ ਜਿਹਾ ਇੱਕ ਆਪਾਂ ਜ਼ਿਕਰ ਕਰ ਲਈਏ ਇੱਥੇ। ਅੱਛਾ, ਜਦੋਂ ਜਾਖੜ ਸਾਹਿਬ ਦੀ ਗੱਲ ਕਰਦੇ ਨਾ ਤਾਂ ਜਾਖੜ ਸਾਹਿਬ ਦੀ ਨਜਾਇਜ਼ ਜਿਹੜੀ ਨਾਰਾਜ਼ਗੀ ਹੈ ਨਾ, ਉਹ ਕਿਤੇ ਨਾ ਕਿਤੇ ਜਾਇਜ਼ ਨਾਰਾਜ਼ਗੀ ਜਿਹਨੂੰ ਅਸੀਂ ਕਹਿੰਦੇ ਆ ਨਾ, ਉਹ ਗਿਣੀ ਜਾਂਦੀ ਆ। ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਇਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ ਨਵਜੋਤ ਸਿੰਘ ਸਿੱਧੂ ਨੂੰ ਜੀ। ਉਸ ਤੋਂ ਪਹਿਲਾਂ ਦੀ ਗੱਲ ਕਰਦੇ ਆ ਜਦੋਂ ਡਰਾਮਾ ਚੱਲਿਆ ਸੀ ਵੀ ਕਿਹੜਾ ਬਣੂਗਾ ਮੁੱਖ ਮੰਤਰੀ, ਆਪਕਾ ਮੁੱਖ ਮੰਤਰੀ ਕੌਣ। ਅਸੀਂ ਦੇਖਿਆ ਉਹ ਸਾਰਾ ਦਿਨ ਮੀਡੀਆ ਵਾਲੇ ਵਿਚਾਰੇ ਸਾਡੇ ਵੀਰ ਭਰਾ ਖੱਜਲ ਹੁੰਦੇ ਰਹੇ, ਕਦੀ ਕਿਸੇ ਦੀ ਗੱਡੀ ਮਗਰ, ਕਦੀ ਕਿਸੇ ਦੀ ਮੰਡੀ ਮਗਰ ਜੀ, ਕਦੇ ਰੰਧਾਵਾ ਸਾਹਿਬ ਦੀ ਗੱਡੀ ਦੇ ਵਿੱਚ ਕਹਿੰਦੇ ਸੀ ਵੀ ਕੈਪਟਨ ਤੋਂ ਦੂਜੇ ਨੰਬਰ ਤੇ ਜਾਖੜ ਸਾਹਿਬ ਦਾ ਨਾਮ ਆਉਂਦਾ ਸੀਗਾ, ਕਿਉਂਕਿ ਉਹਨਾਂ ਨੂੰ 45 ਵੋਟਾਂ ਮਿਲੀਆਂ ਸੀ ਜੀ। ਫਿਰ ਉਸ ਤੋਂ ਬਾਅਦ 45 ਵੋਟਾਂ ਉਹਨਾਂ ਨੂੰ ਮਿਲਣੀਆਂ, ਫਿਰ ਪਰਨੀਤ ਕੌਰ ਨੂੰ ਮਿਲਣੀਆਂ, ਫਿਰ ਨਵਜੋਤ ਸਿੰਘ ਸਿੱਧੂ ਨੂੰ ਮਿਲਣੀਆਂ, ਤੇ ਫਿਰ ਜਾ ਕੇ ਚੰਨੀ ਨੂੰ ਜਿਹੜੀਆਂ ਮਿਲਣੀਆਂ ਵੋਟਾਂ, ਤੇ ਫਿਰ ਉਸ ਹਿਸਾਬ ਦੇ ਨਾਲ ਦੇਖੋ ਨਾ ਤੁਸੀਂ, ਨਾਰਾਜ਼ਗੀ ਉਹਨਾਂ ਦੀ ਸਹੀ ਸੀਗੀ ਜੀ। ਰਹਿੰਦੀ ਖੁੰਦੀ ਕਸਰ ਫਿਰ ਉਹਨਾਂ ਨੂੰ ਪ੍ਰਧਾਨਗੀ ਤੋਂ ਲਾ ਕੇ ਕਰ ਦਿੱਤੀ। ਬਿਲਕੁਲ, ਤੁਹਾਨੂੰ ਯਾਦ ਹੋਵੇਗਾ ਸਟੇਟਮੈਂਟ ਜਦੋਂ ਸਪੀਚ ਦਿੱਤੀ ਸੀ ਉਹਨਾਂ ਨੇ, ਉਹਨਾਂ ਨੂੰ ਲੱਗਦਾ ਸੀ ਕਿ ਮੈਂ ਕਹਿੰਦੇ ਵੀ ਹਮ ਆਹ ਵੀ लेते हैं तो हो जाते हैं बदनाम, हाँ, और वो कत्ल भी करते हैं तो उनका चर्चा नहीं होता है, उनके चर्चे नहीं होते। तो ਇਹ ਕਿਤੇ ਨਾ ਕਿਤੇ ਜਿਹੜੀ ਹੈਗੀ ਨਾ ਇਹ ਚੀਜ਼ ਦੇਖਣ ਵਾਲੀ ਸੀਗੀ। ਪਰ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਆ, ਸੰਦੀਪ ਜਾਖੜ ਇਹਨਾਂ ਦੇ ਭਤੀਜੇ ਨੂੰ ਉੱਥੇ ਬਤੌਰ MLA ਨਿਯੁਕਤ ਕੀਤਾ ਗਿਆ, ਮਤਲਬ ਕਿ ਚੋਣ ਲੜਾਈ ਗਈ, ਜਿੱਤੀ ਵੀ ਉਹਨਾਂ ਨੇ। ਤੇ ਦੂਸਰੇ ਪਾਸੇ ਜਿਹੜਾ ਸੀਗਾ ਉਹ ਚੰਨੀ ਦਾ ਕੋਈ ਵੀ ਸਿਬਲਿੰਗ ਜਾਂ ਰਿਸ਼ਤੇਦਾਰ ਨਹੀਂ ਲੜ ਰਿਹਾ ਸੀਗਾ, ਚੰਨੀ ਇਕੱਲੇ ਹੀ ਸੀਗੇ। ਸੋ ਜਾਖੜ ਸਾਹਿਬ ਜਿਹੜਾ ਹੈਗੇ ਆ ਉਹ ਚਲੋ ਨਾ ਕਿਸੇ ਕੇ ਆने का गम ਨਾ ਕਿਸੇ ਕੇ ਜਾਣੇ का ਦੁੱਖ, ਇੱਕੋ ਹੀ ਗੱਲ ਹੈ। ਚਲੋ ਕਾਂਗਰਸ ਨੂੰ ਹੁਣ ਕਿਹੜਾ ਕੋਈ ਬਹੁਤਾ ਜ਼ਿਆਦਾ ਫਰਕ ਪੈਣਾ, ਪਰ ਕਿਤੇ ਨਾ ਕਿਤੇ ਕਾਂਗਰਸ ਕਿਤੇ ਨਾ ਕਿਤੇ ਇਹ ਆਤਮ ਮੰਥਨ ਜ਼ਰੂਰ ਕਰੂਗੀ। ਹੁਣ ਤੁਸੀਂ ਦੇਖੋ ਪੰਜਾਬ ਦੀ ਸ਼ਾਂਤੀ ਬਾਰੇ ਆਪਾਂ ਗੱਲ ਕਰਨੀ ਆ। ਭਗਵੰਤ ਮਾਨ ਹੋਰੀ ਸਿੱਧੇ ਪਹੁੰਚ ਗਏ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੋਲ, ਕਹਿੰਦੇ ਵੀ ਸਾਨੂੰ 10 ਜਿਹੜੀਆਂ ਨਾ ਨੀਮ ਸੁਰੱਖਿਆ ਬਲ ਜਿਹੜੇ ਆ ਉਹਨਾਂ ਦੀਆਂ 10 ਟੁਕੜੀਆਂ ਸਾਨੂੰ ਹੋਰ ਦੇ ਦਿਓ। ਉਹਨਾਂ ਨੇ ਝੱਟ ਮਨਜ਼ੂਰ ਕਰ ਦਿੱਤਾ। ਪੰਜਾਬ ਦੇ ਵਿੱਚ ਹਾਈ ਅਲਰਟ। ਹੁਣ ਮੇਰਾ ਡਰ ਉਤਾਰੋ ਤੁਸੀਂ।
ਅੱਛਾ, ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਪੰਜਾਬ ਦਾ ਆਹ ਡਰ ਤੇ ਕੁਛ ਵੀ ਨਹੀਂ ਹੈ, ਕਿਉਂਕਿ ਤੁਸੀਂ ਪੁਰਾਣੇ ਜ਼ਮਾਨੇ 'ਚ ਤੁਸੀਂ ਵੀ ਪੜ੍ਹਿਆ ਹੋਣਾ ਕਿ ਪੰਜਾਬ ਮੁਗਲਾਂ ਦਾ ਪ੍ਰਵੇਸ਼ ਦੁਆਰ ਰਿਹਾ ਸੀ। ਬਿਲਕੁਲ। ਹੈ ਨਾ, ਅਸੀਂ ਤਾਂ ਕਹਿੰਦੇ ਉਹ ਸੀ ਗੱਲ, ਕਹਾਵਤ ਨਹੀਂ ਸੁਣੀ ਕਿ ਖਾਦਾ ਪੀਤਾ ਲਾਹੇ ਦਾ ਤੇ ਬਾਕੀ ਰਹਿੰਦਾ ਮਾਮੇ ਸ਼ਾਇਦ ਦਾ ਨਾ। ਹਾਂਜੀ, ਅਸੀਂ ਤਾਂ ਉਹ ਮਰਜੀ ਵੜੇ ਆ ਜਿਹੜੇ ਜਿੱਦਾਂ ਹੁੰਦਾ ਨਾ ਕਿ ਸੈਨਾ ਨਿਕਲਦੀਆਂ ਸੀ, ਸਾਨੂੰ ਦੱਬ ਦਿੰਦੀਆਂ ਸੀ, ਜੀ ਜੀ, ਅਸੀਂ ਫੇਰ ਉੱਠਦੇ ਸੀਗੇ ਤੇ ਫਿਰ ਲੜਦੇ ਸੀਗੇ। ਉਹ ਵਾਲੇ ਆ। ਇਹ ਡਰ ਤੇ ਕੁਛ ਨਹੀਂ ਹੈਗਾ ਪੰਜਾਬੀਆਂ ਦੇ ਅੱਗੇ, ਕਿਉਂਕਿ ਅਸੀਂ ਬਾਰਡਰ ਸਟੇਟ ਪਹਿਲੀ ਵਾਰੀ ਤੇ ਨਹੀਂ ਹੋਏ, ਅਸੀਂ ਤੇ ਜੰਮਦੇ ਹੀ ਬਾਰਡਰ ਸਟੇਟ ਦੇ ਵਿੱਚ ਹੋਏ ਆ, ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਬਿਲਕੁਲ। ਪਰ ਡਰ ਪਤਾ ਕਿਹੜੀ ਚੀਜ਼ ਦਾ ਹੈ? ਡਰ ਇੱਥੇ ਭਾਈਚਾਰੇ ਨੂੰ ਖਤਮ ਕਰਨ ਦਾ ਡਰ ਹੈ। ਜਦੋਂ ਕਿੰਨਾ ਕੋਈ ਐਕਸੀਡੈਂਟ ਹੁੰਦਾ ਨਾ, ਕਿਸੇ ਦੇ ਆਊਟਫਿਟ ਦੇ ਨਾਲ ਜੋੜ ਦਿੱਤਾ ਜਾਂਦਾ ਜੀ, ਫਲਾਨਾ ਤੇ ਜਿਹੜਾ ਆ ਇਹ ਸਿੱਖ ਹੋ ਗਿਆ, ਇਹ ਫਲਾਨਾ ਹਿੰਦੂ ਹੋ ਗਿਆ, ਇਹ ਫਲਾਨਾ ਹੋ ਗਿਆ ਜੀ। ਜਦੋਂ ਕ੍ਰਿਮੀਨਲ ਹੁੰਦੀਆਂ ਨਾ ਜਦੋਂ ਚੀਜ਼ਾਂ, ਉਦੋਂ ਗਗਨ ਜੀ ਬਹੁਤ ਜ਼ਿਆਦਾ ਡਰ ਹੁੰਦਾ। ਬਿਲਕੁਲ। ਹੁਣ ਰਹੀ ਗੱਲ ਹਾਈ ਅਲਰਟ ਦੀ, ਜਿਹੜੀ ਹੈ ਉਹ ਹਾਈ ਅਲਰਟ ਇਸ ਕਰਕੇ ਲਾਇਆ ਕਿਉਂਕਿ STF ਨੂੰ 4 ਬੰਦੇ ਮਿਲੇ ਨੇ। ਹਾਂਜੀ। ਉਸ ਤੋਂ ਪਹਿਲਾਂ ਮੁਹਾਲੀ ਦੇ ਵਿੱਚ ਕਾਂਡ ਹੋ ਗਿਆ ਜੀ, ਔਰ ਸਭ ਤੋਂ ਸੇਫੈਸਟ ਬਿਲਡਿੰਗ ਹੋਈ ਆ, ਠੀਕ ਹੈ। ਅੱਗੜ ਪਿਛੜ ਕਿੰਨੀਆਂ ਘਟਨਾਵਾਂ ਹੋ ਗਈਆਂ। ਹੁਣ 6 ਤਰੀਕ ਜਿਹੜੀ ਹੈ, 6 ਜੂਨ ਜਿਹੜੀ ਹੈ, ਉਹਨੂੰ ਲੈ ਕੇ ਵੀ ਜਿਹੜੀ ਹੈ ਤੁਹਾਨੂੰ ਪਤਾ ਹੀ ਹੈ ਕਿ ਘੱਲੂਘਾਰਾ ਹੁੰਦਾ ਹੈ, ਤੇ ਉਸ ਸਮੇਂ ਵੀ ਬਹੁਤ ਜਿਹੜਾ ਇੱਕ ਧਿਆਨਪੂਰਵਕ ਰੱਖਣਾ ਪੈਂਦਾ, ਸੈਂਸਿਟਿਵ ਹੁੰਦਾ, ਕਿਉਂਕਿ ਪਟਿਆਲੇ ਦੇ ਵਿੱਚ ਜੋ ਸ਼ਿਵ ਸੈਨਾ ਦੇ ਵੱਲੋਂ ਕੀਤਾ ਗਿਆ, ਹੁਣ ਲੱਗਦਾ ਕਿ ਸ਼ਾਇਦ ਦੁਬਾਰਾ ਉੱਥੇ ਕ੍ਰਿਮੀਨਲ ਰਾਈਟ ਨਾ ਹੋ ਜਾਵੇ, ਜਦੋਂ ਉਹ ਘੱਲੂਘਾਰੇ ਨੂੰ ਲੈ ਕੇ ਉਹ ਮਾਰਚ ਕੱਢਦੇ ਨੇ, ਸ਼ਾਂਤੀ ਮਾਰਚ ਕੱਢਦੇ ਨੇ, ਕਿਉਂਕਿ ਹਰ ਸਾਲ ਨਿਕਲਦਾ। ਕਿਉਂਕਿ ਪਟਿਆਲਾ ਦੇ ਵਿੱਚ ਜੋ ਹੋਇਆ ਉਹ ਦੁਬਾਰਾ ਹੁਣ ਅੰਮ੍ਰਿਤਸਰ ਦੇ ਵਿੱਚ ਨਾ ਹੋ ਜਾਏ, ਇਸ ਕਰਕੇ ਉੱਥੇ ਅਰਧ ਸੈਨਿਕ ਬਲ ਜਿਹੜੇ ਨੇ ਉਹ ਲਾ ਦਿੱਤੇ ਨੇ, ਔਰ ਸਿਚੁਏਸ਼ਨ ਅੰਡਰ ਕੰਟਰੋਲ ਆ। ਕਿਤੇ ਨਾ ਕਿਤੇ ਕੋਸ਼ਿਸ਼ ਇਹ ਆ ਕਿ ਕੁਝ ਖਰਾਬ ਨਾ ਹੋਵੇ, ਕੁਝ ਵਿਗੜੇ ਨਾ ਜੀ, ਕਿਉਂਕਿ ਪੰਜਾਬੀ ਉਹ ਲੋਕ ਨੇ ਜਿੱਥੇ ਦੇਖੋ ਸਵੇਰ ਸ਼ਾਮ ਅਸੀਂ ਬਾਣੀ ਸੁਣਦੇ ਹਾਂ। PTC ਤੋਂ ਜਿਹੜੇ ਆਪਾਂ ਉਹ ਰਾਈਟਸ ਦੀ ਵੀ ਗੱਲ ਕਰਦੇ ਸੀ ਕਿ ਰਾਈਟ ਉਹਨਾਂ ਦੇ ਕੋਲ ਆ, ਚਾਹੇ ਅਸੀਂ ਉਹਨਾਂ ਤੋਂ ਬਾਣੀ ਸੁਣਦੇ ਹਾਂ। ਇੱਕ ਚੀਜ਼ ਤਾਂ ਹੁੰਦੀ ਨਾ, ਸਵੇਰ ਨੂੰ ਵੀ ਅਰਦਾਸ ਹੁੰਦੀ ਹੈ ਤੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ, ਬਿਲਕੁਲ। ਸ਼ਾਮ ਨੂੰ ਵੀ ਹੁੰਦੀ ਹੈ ਤੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ, ਬਿਲਕੁਲ। ਸੋ ਸਾਡਾ ਜੇ ਮੇਨ ਮੋਟਿਵ, ਚਾਹੇ ਉਹ ਮੈਂ ਕਹਿੰਦਾ ਕਿ ਸਾਡੇ ਲੀਡਰ ਸੁਣਦੇ ਹੋਣ, ਚਾਹੇ ਕੋਈ ਸਾਨੂੰ ਹੋਰ ਕੋਈ ਸੁਣਦਾ ਹੋਵੇ, ਤਾਂ ਪੰਜਾਬੀਆਂ ਦਾ, ਜਿਹੜੇ ਪੰਜਾਬੀ ਸਿੱਖ ਨੇ ਜਾਂ ਪੰਜਾਬੀ ਕੋਈ ਵੀ ਆ, ਸਰਬੱਤ ਦਾ ਭਲਾ ਨਿਤ ਅਰਦਾਸ, ਬਿਲਕੁਲ, ਹੈ ਨਾ। ਇਹ ਸਾਡੀ ਚੀਜ਼ ਹੈ। ਸੋ ਦੇਖੋ ਸਾਰੀਆਂ ਚੀਜ਼ਾਂ ਹੈਂਡਲ ਹੋ ਜਾਣਗੀਆਂ, ਸਾਰੀਆਂ ਚੀਜ਼ਾਂ ਤੁਸੀਂ ਅਖੀਰ ਤੇ ਜਾ ਕੇ ਤੋੜ ਮਰੋੜ ਕੇ ਸਹੀ ਹੋ ਜਾਂਦੀਆਂ ਨੇ ਜੀ। ਜਦੋਂ ਕਮਿਊਨਿਟੀਆਂ ਲੜਦੀਆਂ ਨੇ ਨਾ, ਉਦੋਂ ਘਰਾਂ ਦੇ ਘਰ ਤਬਾਹ ਹੁੰਦੇ ਨੇ ਤੇ ਉਹ ਸਹੀ ਨਹੀਂ ਹੁੰਦੇ। ਪੰਜਾਬੀਆਂ ਤੋਂ ਬਿਨਾਂ ਇਹ ਕੌਣ ਜਾਣਦਾ ਹੋਊਗਾ? ਅਸੀਂ 84 ਦੇਖੀ ਹੈ, ਬਿਲਕੁਲ। ਅਸੀਂ ਉਸ ਤੋਂ ਪਹਿਲਾਂ 84 ਤੋਂ ਪਹਿਲਾਂ ਵੀ ਅਸੀਂ ਬੜਾ ਕੁਝ ਦੇਖਿਆ। ਜਦੋਂ ਵੰਡ ਹੁੰਦੀ ਹੈ, ਸਾਡੇ ਬੱਚੇ ਨੇ ਜਿਹੜੇ ਅਸੀਂ ਫੌਜ ਵਿੱਚ ਭਰਤੀ ਕਰਾਏ, ਉਹ ਡੱਬਿਆਂ ਦੇ ਵਿੱਚ ਬੰਦ ਹੋ ਕੇ ਜਦੋਂ ਵਾਪਸ ਆਏ ਆ, ਅਸੀਂ ਉਹ ਵੀ ਦੌਰ ਦੇਖਿਆ, ਉਹ ਵੀ ਦੇਖਿਆ, ਹੈ ਨਾ। ਹਾਂ, ਤੇ ਹੁਣ ਵੀ ਅਸੀਂ ਦੇਖਦੇ ਹਾਂ। ਅਸੀਂ ਸਾਡੀਆਂ ਮਾਵਾਂ ਖੜ ਕੇ ਸਲੂਟ ਮਾਰਦੀਆਂ ਉਹਨਾਂ ਨੂੰ, ਨਾਲੇ ਜਿਗਰੇ ਦੇਖੇ ਉਹਨਾਂ ਦੇ। ਇਹ ਤਾਂ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਜਦੋਂ ਤੁਰੇ ਜਾਂਦੇ ਸੀ ਪਾਕਿਸਤਾਨ ਤੋਂ ਆਪਣੇ ਘਰਾਂ ਨੂੰ, ਤੇ ਰਾਹ ਦੇ ਵਿੱਚ ਆਪਦੇ ਨਿਆਣਿਆਂ ਦੇ ਟਾਈਮ ਵੀ ਨਹੀਂ ਇਹਨਾਂ ਨੂੰ ਮਿਲਿਆ ਕਿ ਉਹਨਾਂ ਦੇ ਸੰਸਕਾਰ ਕਰ ਲਈਏ। ਬਿਲਕੁਲ ਜੀ। ਤੇ ਇਹ ਉਹ ਲੋਕ ਨੇ। ਸੋ ਇਹ ਕਿਤੇ ਨਾ ਕਿਤੇ ਜੇ ਮੈਂ ਕਹਿੰਦਾ ਪੰਜਾਬ ਦਾ ਮਜ਼ਦੂਰ ਜਿਹੜਾ ਹੈ ਉਹ ਇੰਨਾ ਮਤਲਬ ਦਾਅਵੇਦਾਰ ਹੈਗਾ ਆ, ਇੰਨਾ ਜ਼ਿਆਦਾ ਨਿਡਰ ਹੈ, ਇੰਨਾ ਜ਼ਿਆਦਾ ਆਪਣੇ ਘਰ ਦੀ ਜ਼ਿੰਮੇਵਾਰੀ ਚੱਕਣ ਵਾਲਾ ਹੈਗਾ ਆ, ਜਿਹੜਾ 10-10 ਬੰਦਿਆਂ ਨੂੰ ਇਕੱਠਾ ਇੱਕੋ ਬੰਦਾ ਜਿਹੜਾ ਹੈ ਉਹ ਕਮਾ ਕੇ ਲਿਆ ਕੇ 10x10 ਦੇ ਕਮਰੇ ਦੇ ਵਿੱਚ ਉਹ ਖਵਾਉਂਦਾ ਆ, ਬੱਚੇ ਪਾਲਦਾ ਉਹਨਾਂ ਦੇ ਵਿੱਚੋਂ, ਪਰ ਉਹ ਸੁਸਾਈਡ ਨਹੀਂ ਕਰਦਾ। ਮੈਂ ਇੱਥੇ ਸੁਸਾਈਡ ਦੀ ਗੱਲ ਪਹਿਲਾਂ ਕਰਦੇ ਹਾਂ, ਹੈ ਨਾ। ਔਰ ਉਨੇ ਕੁ ਦਾਇਰੇ ਦੇ ਵਿੱਚ ਹੀ ਉਹ ਰਹਿ ਕੇ, ਜੇ ਉਹਨੂੰ ਮਹੀਨੇ ਦਾ 10,000 ਰੁਪਈਆ ਵੀ ਬਚਦਾ ਨਹੀਂ, ਮਤਲਬ ਉਹਦੀ ਪੂਰੀ ਦੀ ਪੂਰੀ ਜਿਹੜੀ ਪੂੰਜੀ ਹੁੰਦੀ ਆ ਉਹਦੇ ਵਿੱਚ ਵੀ ਉਹ ਗੁਜ਼ਾਰਾ ਕਰਦਾ। ਔਰ ਇੱਦਾਂ ਦੇ ਹਾਲਾਤਾਂ ਦੇ ਵਿੱਚ ਦੀ ਗੁਜ਼ਰ ਕੇ ਫਿਰ ਇੱਕ ਸ਼ੇਰ ਸੁਣਾਉਂਦਾ ਵੀ, ਹਮ ਜਿਸ ਦੌਰ ਸੇ ਗੁਜ਼ਰੇ हैं तुम गुजरते तो गुजर जाते, ਵੀ ਜੇ ਕਿਤੇ ਤੂੰ ਗੁਜ਼ਰਦਾ ਤੇ ਗੁਜ਼ਰ ਜਾਣਾ ਸੀਗਾ। ਫਿਰ ਜਿਸ ਦੌਰ ਦੇ ਵਿੱਚੋਂ ਦੀ ਇੱਕ ਮਜ਼ਦੂਰ ਗੁਜ਼ਰਦਾ, ਸੋ ਉਹਨਾਂ ਦੀ ਹੱਲਾਸ਼ੇਰੀ, ਉਹਨਾਂ ਦੀ ਸੂਰਬੀਰਤਾ, ਉਹਨਾਂ ਦਾ ਇੱਕ ਵੰਗਾਰਾਂ ਨੂੰ ਵੰਗਾਰਨ ਵਾਲਾ ਜਿਹੜਾ ਹੈ ਉਹ ਜਜ਼ਬਾ, ਪੰਜਾਬ ਕਿਤੇ ਡਿੱਗਣ ਨਹੀਂ ਲੱਗਾ ਉਹਨਾਂ ਦੇ ਹੁੰਦਿਆਂ ਸੁਣਦਿਆਂ। ਵਾਕਈ ਜਿਹੜੀ ਮਜ਼ਦੂਰ ਆ ਨਾ, ਉਹ ਜੜ ਵਾ ਸਾਡੇ ਪੰਜਾਬ ਦੀ। ਇਹ ਤਾਂ ਤੁਹਾਡੀ ਗੱਲ ਹੈ। ਪਿੱਛੇ ਜੇ ਤੁਹਾਡੀ ਇਹ ਗੱਲ ਦੇ ਉੱਤੇ ਨਾ, ਇਹ ਬੜਾ ਵੱਡਾ ਅਖਬਾਰ ਆ ਪੰਜਾਬ ਦਾ, ਟ੍ਰਿਬਿਊਨ ਜੀ, ਉਹਨੇ ਸੀਰੀਜ਼ ਤਾਰੀ ਸੀ ਕਿ ਜਿਹੜੇ ਮਾਲਵੇ ਦੇ ਵਿੱਚ ਲੋਕ ਜਿਹੜੇ ਸੁਸਾਈਡ ਕਰ ਰਹੇ ਆ ਕਿਸਾਨ ਜੀ, ਉਹਨਾਂ ਨੇ ਉਹਨਾਂ ਲੋਕਾਂ ਦੇ ਘਰ ਦਿਖਾਏ ਜਿਹਨਾਂ ਦੀ ਤੁਸੀਂ ਗੱਲ ਕਰਦੇ ਆ ਵੀ ਪਿੱਛੇ ਸਾਰਾ ਟੱਬਰ ਆ ਤੇ 3,000 4,000 ਮਹੀਨੇ ਦਾ ਆਉਂਦਾ, ਤੇ ਉਹਦੇ ਵਿੱਚ ਵੀ ਹੱਸ ਕੇ ਖਾ ਕੇ ਤੇ ਗਾ ਕੇ ਤੇ ਚਿੱਤ ਪਰਚਾ ਕੇ ਸ਼ੁਕਰ ਕਰਦੇ ਨੇ ਉਸ ਰੱਬ ਦਾ। ਜੀ। ਸੋ ਇਹ ਗੱਲ ਤੇ ਬਿਲਕੁਲ ਦਰੁਸਤ ਆ ਤੁਹਾਡੀ ਜੀ। ਫਿਰ ਆਪਾਂ ਹੁਣ ਗੱਲ ਥੋੜੀ ਜਿਹੀ ਹੋਰ ਅੱਗੇ ਵਧਾ ਲਈ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਵੱਲ ਚੱਲ ਜਾਈਏ। ਉਹਨਾਂ ਦੀ ਚਿੱਠੀ ਦਾ ਜ਼ਿਕਰ ਜ਼ਰੂਰ ਕਰਨਾ ਆਪਾਂ ਜੀ। ਦੇਖੋ ਤੁਸੀਂ ਚਿੱਠੀ ਦਾ ਕਹਿੰਦੇ ਹੋ, ਚਿੱਠੀ ਉਹ ਕੋਟਕਪੂਰਾ ਕਾਂਡ ਤੇ ਬਹਿਬਲ ਕਲਾਂ ਕਾਂਡ ਦਾ ਕਰਕੇ ਉਹਨਾਂ ਨੇ CM ਸਾਹਿਬ ਨੂੰ ਲਿਖ ਦਿੱਤੀ ਹੈ ਜੀ। ਉਹਨਾਂ ਦੀ ਸਰਕਾਰ ਆ ਕਿ
ਔਰ ਕਿਹਾ ਜਾ ਰਿਹਾ ਕਿ ਹੁਣ ਕੁਝ ਵੱਡਾ ਹੋ ਸਕਦਾ ਹੈ, ਵੱਡਾ ਇਹਨਾਂ ਦਾ ਕਹਿ ਲਈਏ ਕਿ ਵੱਡੀ ਉਸ ਮਾਮਲੇ ਦੇ ਵਿੱਚ ਕਿ ਇਸ ਮਾਮਲੇ ਦੀ ਸੁਣਵਾਈ ਹੋ ਸਕਦੀ ਹੈ। ਉਹ ਕਹਿੰਦੇ ਕਿ ਲੋੜ ਆ ਕਿ ਪੰਜਾਬ ਸਰਕਾਰ ਇਹਦੀ ਪੈਰਵਾਈ ਕਰੇ। ਜਿਵੇਂ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ, ਮੈਂ ਹਰਭਜਨ ਸਿੰਘ ਦਾ ਮੁੰਡਾ ਗੁਰੂ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਂਗਾ ਜੀ। ਉਹ ਤਾਂ ਪਤਾ ਨਹੀਂ ਕਦੋਂ ਦਿਵਾਉਣਗੇ, ਪਰ ਜੇ ਕੰਵਰ ਵਿਜੇ ਪ੍ਰਤਾਪ ਦੀ ਚਿੱਠੀ ਦੇ ਉੱਤੇ ਸੀਐਮ ਮਾਨ ਸਾਹਿਬ ਥੋੜਾ ਜਿਹਾ ਤਵੱਕੋ ਦੇਣ ਤਾਂ ਮੈਨੂੰ ਲੱਗਦਾ ਹੈ ਕਿ ਇਸ ਮਾਮਲੇ ਦੇ ਉੱਤੇ ਨਵੀਆਂ ਡਿਵੈਲਪਮੈਂਟ ਹੋ ਸਕਦੀਆਂ। ਕੋਟਕਪੂਰਾ, ਬਹਿਬਲ ਕਲਾਂ, ਕਿਉਂਕਿ ਦੇਖੋ ਸਭ ਨੂੰ ਪ੍ਰਤੱਖ ਤੇ ਹੋ ਗਿਆ ਕਿ ਕੌਣ ਤੇ ਕਿੱਥੇ ਜਾਣ ਡਿਆ ਜੀ। ਬਸ ਉਹ ਕਹਿੰਦੇ ਨੇ ਕਿ ਅਦਾਲਤ ਸਬੂਤੋਂ 'ਤੇ ਯਕੀਨ ਕਰਤੀ ਹੈ, ਤੁਹਾਡੇ ਪਾਸ ਸਬੂਤ ਹੈ ਕਿਆ? ਤੇ ਹੁਣ ਉਹ ਸਬੂਤ ਜਿਹੜੇ ਆ, ਕਿਉਂਕਿ ਜਦੋਂ ਤੁਹਾਡੇ ਕੋਲੇ ਤੰਤਰ ਹੋਵੇ ਨਾ ਤਾਂ ਸਬੂਤ ਵੀ ਬਣ ਜਾਂਦੇ ਆ। ਤੇ ਬਾਕੀ ਕੁੰਵਰ ਵਿਜੇ ਪ੍ਰਤਾਪ ਹੁਣੀ ਕਹਿੰਦੇ ਕਿ ਆਪਾਂ ਪੈਰਵਾਈ ਕਰੀਏ, ਰਿਟ ਪਾਈਏ, ਗੱਲਬਾਤ ਕਰੀਏ, ਕੋਟਕਪੂਰਾ, ਬਹਿਬਲ ਕਾਂਡ ਜਾਂ ਫਿਰ ਜਿਹੜਾ ਬੇਅਦਬੀ ਕੇਸ ਹੈ ਉਹਦੇ ਜੜ ਤੱਕ ਜਾ ਸਕੀਏ। ਚਲੋ ਅਸੀਂ ਇਹ ਆਸ ਕਰ ਸਕਦੇ ਹਾਂ ਵੀ ਇਸ ਚਿੱਠੀ ਦੀ ਜਿਹੜੀ ਸ਼ੁਰੂਆਤ ਆ ਉਹ ਇਦਾਂ ਨਹੀਂ ਹੋਈ ਹੋਊਗੀ ਵੀ ਲਿਖ ਤੁਮ ਕੁੰਵਰ ਵਿਜੇ ਪ੍ਰਤਾਪ ਸਿੰਘ, ਤੇ ਅਸੀਂ ਇਸ ਜਗ੍ਹਾ ਤੇ ਰਾਜੀ ਖੁਸ਼ੀ ਹਾਂ ਔਰ ਸਰਬੱਤ ਦਾ ਭਲਾ ਮੰਗਦੇ ਹੋਏ ਸਰਬੱਤ ਦੇ ਰਾਜੀ ਖੁਸ਼ੀ ਦਾ ਜਿਹੜਾ ਹੈਗਾ ਉਹ ਅਰਦਾਸ ਕਰਦੇ ਹਾਂ ਪ੍ਰਮਾਤਮਾ ਪਾਸੋਂ, ਹੈ ਨਾ। ਸੋ ਇਹ ਜਿਹੜੀ ਚਿੱਠੀ ਹੈਗੀ ਆ ਇਹ ਵੱਡੇ ਮਗਰਮੱਛਾਂ ਦੇ ਵਾਸਤੇ ਗਲ ਦਾ ਫੰਦਾ ਬਣੇ, ਇਹ ਕਿਤੇ ਨਾ ਕਿਤੇ ਦੋਸ਼ੀਆਂ ਦੇ ਵਾਸਤੇ ਉਹਨਾਂ ਨੂੰ ਸਜ਼ਾ ਦਿਵਾਉਣ ਦਾ ਕੰਮ ਕਰੇ। ਇਹ ਉਮੀਦ ਅਸੀਂ ਲਗਾ ਸਕਦੇ ਹਾਂ। ਦੇਖੋ ਗਗਨ ਜੀ, ਹੁਣ ਤਾਂ ਪਤਾ ਗੱਲ ਇੱਥੇ ਆ ਗਈ ਆ ਕਿ ਸਰਕਾਰਾਂ ਦੇ ਕੋਲੋਂ ਜੇ ਇਹ ਕੇਸ ਨਾ ਸੋਲਵ ਹੋਇਆ ਨਾ ਫਿਰ ਲੋਕਾਂ ਦਾ ਯਕੀਨ ਹਟ ਜਾਣਾ, ਕਿਉਂਕਿ ਬਹੁਤ ਵੱਡਾ ਇੱਕ ਰਕਬਾ ਕਹਿ ਲਓ ਪੰਜਾਬ ਦਾ ਜਿਹੜਾ ਉਹ ਦੇਖਣ ਡਿਆ ਕਿ ਕੀ ਹੋ ਰਿਹਾ। ਦੇਖਦੇ ਦੇਖਦੇ ਸਰਕਾਰ ਬਦਲਤੀਆਂ, ਦੇਖਦੇ ਦੇਖਦੇ ਸ਼੍ਰੋਮਣੀ ਅਕਾਲੀ ਦਲ ਬਦਲਤੀ, ਦੇਖਦੇ ਦੇਖਦੇ ਕਾਂਗਰਸ ਨੂੰ ਥੱਲੇ ਲਾ ਕੇ ਰੱਖਤਾ। ਹੁਣ ਇਹ ਸਰਕਾਰ ਦੀ ਵਾਰੀ ਹੈ, ਕਿਉਂਕਿ ਇਹ ਰਹਿਤਲ ਨਾਲ ਜੁੜਿਆ ਮਾਮਲਾ ਪੰਜਾਬ ਦੇ ਨਾਲ, ਔਰ ਪੰਜਾਬ ਦੇ ਲੋਕ ਬੜੇ ਜਜ਼ਬਾਤੀ ਹੈ ਇਹਨੂੰ ਲੈ ਕੇ ਜੀ। ਜਜ਼ਬਾਤੀ ਹੋਣ ਦਾ ਦੇਖੋ ਫਾਇਦਾ ਇਹ ਵੀ ਹੈਗਾ ਆ ਵੀ ਅਸੀਂ ਸਾਰੇ ਇੱਕੋ ਝੰਡੇ ਹੇਠਾਂ ਇਕੱਠੇ ਵੀ ਹੋ ਜਾਂਦੇ ਹਾਂ। ਸੋ ਭਾਈਚਾਰਕ ਏਕਤਾ, ਅਖੰਡਤਾ, ਅਮਨ ਸ਼ਾਂਤੀ ਸਾਰਾ ਕੁਝ ਆਪਾਂ ਬਣਾ ਕੇ ਰੱਖਣਾ। ਸੋ ਖਹਿਰਾ ਸਾਹਿਬ ਸਮਾਂ ਤਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ, ਨਹੀਂ ਤਾਂ ਖਬਰਾਂ ਤਾਂ ਹੋਰ ਵੀ ਸੀਗੀਆਂ। ਆਪਾਂ ਫਿਰ ਕਿਸੇ ਪ੍ਰੋਗਰਾਮ ਦੇ ਵਿੱਚ ਆਪਾਂ ਬਾਕੀ ਗੱਲਬਾਤ ਕਰ ਲਾਂਗੇ। ਹੁਣ ਆਪਾਂ ਦਰਸ਼ਕਾਂ ਕੋਲੋਂ ਇਜਾਜ਼ਤ ਲੈ ਲਈਏ, ਹੈ ਨਾ। ਵਾਕਈ ਤੁਸੀਂ ਸਾਨੂੰ ਸੁਣਦੇ ਹੋ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤਬਸਰਾ ਕਰਦੇ ਰਹੀਏ ਉਹਨਾਂ ਮੁੱਦਿਆਂ ਦੇ ਉੱਤੇ ਜਿਹੜੇ ਕਰੰਟ ਨੇ। ਸੋ ਗਗਨ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਜੀ। ਖਹਿਰਾ ਸਾਹਿਬ ਵੱਲੋਂ ਵੀ ਤੇ ਮੇਰੇ ਵੱਲੋਂ ਵੀ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ, ਉਹ ਸਾਡੇ ਨਾਲ ਜੁੜੇ ਰਹੇ ਔਰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਲਓ ਜੀ ਹੁਣ ਆਪਾਂ ਸਤਿ ਸ਼੍ਰੀ ਅਕਾਲ ਬੁਲਾ ਦਈਏ। ਸਤਿ ਸ਼੍ਰੀ ਅਕਾਲ।